ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ। पातशाह दरवेश भूल छिमो हमरी प्रभापन, भूलन हार कहाँ को मोसो। भूल छिमो हमरी प्रभापन, भूलन हार कहाँ को मोसो। धन गुरु नानक साहब हजूर, कृपा करनी हजूर। वाहिगुरु जी का खालसा, वाहिगुरु जी की फतेह। सिद्ध गोष्ठ की बाणी की विचार कुछ समय तो चलती है। ਇਹ ਲਾਹੀ ਬਾਣੀ ਆਪਣੇ ਗੂੜੇ ਅਰਥਾਂ ਨਾਲ, ਆਪਣੇ ਡੂੰਘੀਆਂ ਵਿਚਾਰਾਂ ਨਾਲ ਮੋਹਿਤ ਕਰ ਲੈਂਦੀ ਹੈ। ਅਧਿਆਤਮ ਦੇ ਜਿਹੜੇ ਵਿਚਾਰ ਹਜੂਰ ਨੇ ਇਸ ਬਾਣੀ ਵਿੱਚ ਖੋਲ੍ਹੇ ਹਨ, ਸ਼ਾਇਦ ਹੀ ਕੋਈ ਜਿਗਿਆਸੂ ਹੋਏ ਦੁਨੀਆ ਦਾ ਜਿਸ ਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਨਾ ਉਹਨਾਂ ਦੀ ਭਾਲ ਨਾ ਹੋਏ, ਸ਼ਾਇਦ ਹੀ ਕੋਈ ਹੋਏ। ਸਾਨੂੰ ਹਜੂਰ ਨੇ ਇਹ ਬਾਣੀ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਜੀ 'ਚ ਪੇਸ਼ ਕੀਤੀ ਹੈ ਔਰ ਇਸ ਬਾਣੀ ਨੂੰ ਅਸੀਂ ਵਿਚਾਰ ਕੇ ਆਪਣੇ ਵਿਚਾਰਾਂ ਨੂੰ ਵੀ ਸ਼ੁੱਧ ਕਰ ਲੈਂਦੇ ਹਾਂ ਔਰ ਕੁਛ ਉਸ ਅਲੌਕਿਕ ਦੁਨੀਆ ਦੇ ਵਿਚਾਰ ਸਾਨੂੰ ਸਮਝ ਆਉਂਦੇ ਨੇ ਜਿਹਦੇ ਬਾਰੇ ਸਾਨੂੰ ਕੋਈ ਗਿਆਨ ਨਹੀਂ ਹੈ। ਅੱਜ ਦਾ ਪਤਾ ਅਸੀਂ ਵਿਚਾਰਨਾ ਹੈ। ਫਿਜ਼ੀਓਲੋਜੀ ਕੀ ਹੈ ਸਪਿਰਿਚੁਅਲਿਟੀ ਦੀ, ਉਹਦੀ ਮੈਨੀਫੈਸਟੇਸ਼ਨ ਜਦੋਂ ਸਰੀਰ ਵਿੱਚ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਫਰਕ ਪੈਂਦਾ ਹੈ। ਇੱਕ ਪ੍ਰਸ਼ਨ ਪੁੱਛਿਆ ਸੀ ਪਿਛਲੇ ਪਤੇ ਵਿੱਚ ਕਿ ਜਿਹੜਾ ਇਹ ਸੁੰਨ ਹੈ ਇਹ ਕਿੱਥੇ ਰਹਿੰਦਾ ਹੈ। ਇਸ ਪਦੇ ਵਿੱਚ ਉਹਦਾ ਜਵਾਬ ਹੈ ਅੱਜ ਉਸ ਨੂੰ ਅਸੀਂ ਵਿਚਾਰਨ ਲੱਗੇ। ਕੋਈ ਵੀਰ ਭੈਣ ਇਸ ਪਦੇ ਨੂੰ ਪੜ੍ਹਦੇ, ਫਿਰ ਅਸੀਂ ਇਹਦੀ ਵਿਚਾਰ 'ਚ ਉਤਰਦੇ ਹਾਂ, ਇਹਦੇ ਦਰਸ਼ਨਾਂ ਵਿੱਚ ਉਤਰਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਆਪਣੀ ਨਜ਼ਰ ਰੱਖਣ। ਵਾਹਿਗੁਰੂ ਜੀ। ਅਸੀਂ 53ਵਾਂ ਪਦਾ ਕਰਨਾ ਹੈ, ਸ਼ਾਇਦ 53। 52ਵੇਂ ਪਦੇ ਤੇ ਇਹ ਪ੍ਰਸ਼ਨ ਉੱਠਿਆ ਹੈ, ਅਨਹਦ ਸੁਨ ਕਹਾਂ ਤੇ ਹੋਈ। ਕਿਆ ਬਾਤ ਹੈ ਮਹਾਰਾਜ। ਉਸ ਦਾ ਜਵਾਬ ਕੁਛ ਇਸ ਪਦੇ ਵਿੱਚ ਆ ਰਿਹਾ ਹੈ ਸਾਹਮਣੇ। ਆਓ ਅਸੀਂ ਇਹਨੂੰ ਰਹਾਉ ਦੀ ਤੁਕ ਨਾਲ ਪੜ੍ਹੀਏ, ਫਿਰ ਇਹਦੇ ਦਰਸ਼ਨਾਂ ਵਿੱਚ ਉਤਰ ਸਕਦੇ ਹਾਂ। ਵਾਹਿਗੁਰੂ ਜੀ। ਵਾਹਿਗੁਰੂ ਜੀ। ਕਿਆ ਭਵਿਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ। ਨੌਸਰ ਸੁਬਰ ਦਸਵੇਂ ਪੂਰੇ, ਤੈ ਅਨਹਤ ਸੁਨ ਵਜਾਵੇਂ ਤੂਰੇ। ਸਾਚੈ ਰਾਚੇ ਦੇਖ ਹਜ਼ੂਰੇ, ਘਟ ਘਟ ਸਾਚ ਰਿਹਾ ਭਰਪੂਰੇ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਵਾਹਿਗੁਰੂ ਜੀ। ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ।
ਅਸੀਂ ਸਾਰੇ ਜੀਵਨ ਵਿੱਚ ਉਤਰਦੇ ਹਾਂ ਜੀਵਨ ਦੇ ਸੁੱਖਾਂ ਦੇ ਕਾਰਨ, ਜੀਵਨ ਵਿੱਚ ਸੁੱਖ ਲੱਭਦੇ ਹਾਂ। ਇਸ ਤਰ੍ਹਾਂ ਹੈ ਜਿਵੇਂ ਅਸੀਂ ਜੀਵਨ ਦੇ ਸੁੱਖਾਂ ਨੂੰ ਆਪਣਾ ਇੱਕ ਗੋਲ ਬਣਾਇਆ ਹੋਇਆ, ਔਰ ਉਸ ਸੁੱਖਾਂ ਦੇ ਕਾਰਨ ਹੀ ਅਸੀਂ ਜੀਵਨ ਵਿੱਚ ਵਿਚਰ ਕੇ ਅਨੇਕਾਂ ਹੀ ਕਰਮ ਕਰਦੇ ਹਾਂ, ਡਿਸੀਜਨਸ ਲੈਂਦੇ ਹਾਂ, ਬੰਧਨ ਵਿੱਚ ਪੈਂਦੇ ਹਾਂ, ਕਮਿਟਮੈਂਟਸ ਕਰਦੇ ਹਾਂ। ਪਰ ਇਹ ਸਾਰਾ ਬਾਹਰਮੁਖੀ ਜੀਵਨ ਸਾਨੂੰ ਦਿੰਦਾ ਕੀ ਹੈ? ਅਗਰ ਇਹ ਜੀਵਨ ਸੁੱਖ ਵੀ ਦਿੰਦਾ ਹੈ ਤਾਂ ਉਸ ਸੁੱਖ ਵਿੱਚ ਬੰਧਨ ਵੀ ਨਾਲ ਹੁੰਦਾ ਹੈ। ਸੁੱਖ ਦਾ ਕਾਰਨ ਹੈ ਤਾਂ ਉਹ ਬੰਧਨ ਹੈ, ਆਜ਼ਾਦੀ ਨਹੀਂ ਹੈ ਉਹਦੇ ਵਿੱਚ। ਔਰ ਜਿਹੜੀ ਚੀਜ਼ ਸਾਨੂੰ ਬੰਨ੍ਹਦੀ ਹੈ ਉਹ ਅਲਟੀਮੇਟਲੀ ਦੁੱਖ ਦਾ ਹੀ ਕਾਰਨ ਬਣੇਗੀ। ਸੁੱਖ ਮੰਗੋ, ਦੁੱਖ ਆਗੇ ਆਏ। ਇਹ ਵਿਚਾਰ ਅਸੀਂ ਇਸ ਬਾਣੀ ਵਿੱਚ ਕਈ ਵਾਰ ਕੀਤੀ ਹੈ ਕਿ ਜੀਵਨ ਦਾ ਸੁੱਖ ਅੰਤਰ ਵਿੱਚ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਸ਼ਬਦ ਯਾਦ ਆਉਂਦਾ ਹੈ, ਘੱਟ ਹੀ ਖੋਜੋ ਪਾਈ, ਬਾਹਰ ਭੀਤਰ ਏਕੋ ਜਾਣੇ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਬ੍ਰਹਮ ਕੀ ਕਾਈ। ਬਿਨਾਂ ਆਪਣੇ ਅੰਤਰ ਨੂੰ ਜਾਣੇ, ਇਹ ਬ੍ਰਹਮ ਜਿਹੜਾ ਬ੍ਰਹਮ ਹੈ ਜੀਵਨ ਦਾ, ਇਲੂਜ਼ਨ ਹੈ ਜਿਹੜਾ, ਉਹਦੀ ਕਾਈ ਨਹੀਂ ਹਟਦੀ ਹੈ। ਇਹ ਇੱਕ ਬੜਾ ਨਿਰਾਲੀ ਜੀ ਗੱਲ ਲੱਗਦੀ ਹੈ। ਜੀਵਨ ਵਿੱਚ ਅਸੀਂ ਹੋਪਸ ਨਾਲ ਜਾਂਦੇ ਹਾਂ, ਕਾਫੀ ਉਮੀਦਾਂ ਨਾਲ ਜੀਵਨ ਜੀਂਦੇ ਹਾਂ, ਪਰ ਉਹਨਾਂ ਉਮੀਦਾਂ ਦਾ ਅੰਤਹਿ ਸਾਨੂੰ ਕੀ ਮਿਲਦਾ ਹੈ? ਜੀਵਨ ਦੀ ਮੈਚੁਰ ਆਊਟਲੁੱਕ ਕੀ ਬਣੇਗੀ ਫਿਰ? ਅਗਰ ਮੈਨੂੰ ਇਹ ਗਿਆਨ ਹੋ ਗਿਆ ਕਿ ਬਾਹਰਲੀ ਮੁਖੀ ਜੀਵਨ ਵਿੱਚ ਸੁੱਖ ਨੂੰ ਮੰਗਦੇ ਹੋਏ ਮੈਂ ਦੁਖੀ ਪਾਵਾਂਗਾ, ਤਾਂ ਫਿਰ ਮੈਚੁਰ ਆਊਟਲੁੱਕ ਕੀ ਹੈ ਜੀਵਨ ਦੀ? ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਹੜਾ ਸਪਿਰਿਚੁਅਲ ਅਵੇਕਨਿੰਗ ਦਾ ਮਾਰਗ ਹੈ, ਉਹਦੇ ਵਾਸਤੇ ਕੀ ਵਿਊ ਦੇਖਣਾ ਹੈ, ਕੀ ਦਰਸ਼ਨ ਜੀਵਨ ਦਾ ਦੇਖਣਾ ਹੈ? ਕੀ ਅਸੀਂ ਕਰਨਾ ਹੈ ਜਿਹਦੇ ਨਾਲ ਮੈਨੂੰ ਜੀਵਨ ਦੇ ਭੇਦ ਖੁੱਲ ਜਾਣ, ਮਿਸਟਰੀ ਖੁੱਲ ਜਾਏ? ਜੀਵਨ ਇੱਕ ਮਿਸਟਰੀ ਹੈ ਤਾਂ ਸਹੀ, ਨਹੀਂ ਤਾਂ ਸਾਰਿਆਂ ਨੂੰ ਸਮਝ ਆ ਜਾਏ ਤਾਂ ਇਹ ਹਾਲਤ ਨਾ ਹੋਏ ਦੁਨੀਆ ਦੀ ਜੋ ਅੱਜ ਹੈ। ਜੀਵਨ ਦੇ ਵਿੱਚ ਬਹੁਤ ਲੋਕ ਗਿਆਨ ਦਿੰਦੇ ਹਨ, ਪਰ ਅਸਲ ਗਿਆਨ ਕਿਹਦੇ ਕੋਲ ਹੈ? ਕੌਣ ਜਾਣਦਾ ਹੈ ਕਿ ਜੀਵਨ ਦਾ ਭੇਦ ਕਿੱਥੇ ਹੈ? ਪਿਛਲੇ ਪਦੇ ਵਿੱਚ ਇੱਕ ਪ੍ਰਸ਼ਨ ਯੋਗੀਆਂ ਨੇ ਚਲਾਇਆ ਹੈ, ਅਨਹਦ ਸੁਨ ਕਹਾਂ ਤੇ ਹੋਈ। ਸੁਨ ਸ਼ਬਦ ਨੂੰ ਅਸੀਂ ਸਮਝੀਏ ਕਿ ਕੀ ਹੈ। ਜਿੱਥੇ ਨਾ ਦੁੱਖ ਹੈ ਨਾ ਸੁੱਖ ਹੈ, ਇੱਕ ਸੁਨ ਹੈ। ਸਾਇਲੈਂਸ ਤਾਂ ਲੱਗਦਾ ਹੀ ਹੈ ਕਿ ਜ਼ਰੂਰ ਹੋਏਗਾ, ਇੰਟੈਂਸਿਟੀ ਵੀ ਹੋਏਗੀ, ਕਿਉਂਕਿ ਪ੍ਰਾਣ ਦਾ ਜਾਂ ਸ਼ਕਤੀ ਦਾ ਮਿਲਣ ਹੈ, ਔਰ ਇੱਕ ਤਰ੍ਹਾਂ ਦਾ ਡਿਟੈਚਮੈਂਟ ਵੀ ਹੈ। ਇਸ ਸੁਨ ਵਿੱਚ ਦੁਨੀਆ ਤੋਂ ਟੁੱਟ ਗਿਆ ਹੈ ਇਨਸਾਨ। ਦੁਨੀਆ ਤੋਂ ਮਤਲਬ ਬਾਹਰਲੀ ਦੁਨੀਆ ਤੋਂ ਇੱਕ ਸੋਰਸ ਨਾਲ ਜੁੜ ਗਿਆ ਹੈ, ਜਿਸ ਸੋਰਸ ਨਾਲ ਮਹਾਰਾਜ ਕਹਿੰਦੇ ਹਨ ਕਿ ਅਨਹਦ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਜਿਸ ਤੋਂ ਉਪਜਿਆ ਹੈ ਉਸ ਵਰਗਾ ਹੋ ਜਾਂਦਾ ਹੈ। ਇੱਕ ਸੋਰਸ ਨਾਲ ਜੁੜਿਆ ਹੈ ਜਿਹਦੇ ਨਾਲ ਸੋਰਸ ਵਰਗਾ ਹੋ ਗਿਆ ਹੈ। ਇਹ ਵਿਚਾਰਨ ਵਾਲੀ ਗੱਲ ਹੈ। ਰੱਬ ਅਗਰ ਹੈ ਤਾਂ ਉਹ ਸਾਹਮਣੇ ਕਿਉਂ ਨਹੀਂ ਆਉਂਦਾ? ਉਹ ਸਾਹਮਣੇ ਆ ਕੇ ਕਿਉਂ ਨਹੀਂ ਕਹਿੰਦਾ ਕਿ ਮੈਂ ਰੱਬ ਹਾਂ? ਕਾਰਨ ਬਹੁਤ ਗਹਿਨ ਹੈ ਔਰ ਇਸ ਸ੍ਰਿਸ਼ਟੀ ਦੀ ਬਣਾਵਟ ਵਿੱਚ ਛਿਪਿਆ ਹੈ। ਅਗਲੇ ਇੱਕ ਪਦੇ ਵਿੱਚ ਕਿਧਰੇ ਪ੍ਰਸ਼ਨ ਆਏਗਾ, ਕਿਤ ਕਿਤ ਬਿਦ
जग जग उपजे पुरखा कित कित बिद दुख बिनस जाई। ਇਹ ਜਗ ਕਿੱਥੋਂ ਉਪਜਦਾ ਹੈ ਔਰ ਕਿਵੇਂ ਦੁੱਖ ਬਿਨਸ ਜਾਏਗਾ? ਇਹਨਾਂ ਦੋਨਾਂ ਚੀਜ਼ਾਂ ਦਾ ਲਿੰਕ ਕਿਵੇਂ ਹੈ? ਦੁੱਖ ਔਰ ਉਪਜਣਾ, ਇਹਦੇ ਨਾਲ ਕੁਝ ਰਿਲੇਸ਼ਨਸ਼ਿਪ ਹੈ। ਮਹਾਰਾਜ ਉਸ ਪਦੇ ਵਿੱਚ ਇੱਕ ਜਵਾਬ ਦਿੰਦੇ ਹਨ, ਹਉਮੈ ਵਿੱਚ ਜਗ ਉਪਜੇ। ਜਦੋਂ ਮੈਂ ਜਨਮ ਲੈ ਕੇ ਕਹਿੰਦਾ ਹਾਂ ਕਿ ਮੈਂ ਹਾਂ, ਤਾਂ ਜੀਵਨ ਸ਼ੁਰੂ ਹੋ ਜਾਂਦਾ ਹੈ। ਇਹ ਜਗ ਸੰਸਾਰ ਇਹਦੀ ਫਾਰਮ ਸ਼ੇਪ ਲੈ ਲੈਂਦੀ ਹੈ ਮੇਰੇ ਵਾਸਤੇ, ਔਰ ਫਿਰ ਮੈਂ ਦੀ ਅੰਡਰਸਟੈਂਡਿੰਗ ਵਾਸਤੇ, ਉਸ ਮੈਂ ਦੀ ਗਰੂਮਿੰਗ ਵਾਸਤੇ, ਉਸ ਮੈਂ ਨੂੰ ਗ੍ਰੇਟ ਬਣਾਉਣ ਵਾਸਤੇ, ਉਸ ਮੈਂ ਦੀ ਇੰਪੋਰਟੈਂਸ ਵਾਸਤੇ ਸਾਰਾ ਜਨਮ ਦੀ ਸ਼ਕਤੀ ਮੈਂ ਲਗਾ ਦਿੰਦਾ। ਉਹ ਮੈਂ ਦਰਅਸਲ ਹੈ ਕਿ ਨਹੀਂ ਇੱਕ ਅਲੱਗ ਗੱਲ ਹੈ, ਪਰ ਮੈਨੂੰ ਰੀਇਨਫੋਰਸਮੈਂਟ ਉਸ ਮੈਂ ਦੀ ਚਾਹੀਦੀ ਹੈ। ਇਸ ਕਰਕੇ ਸਟੇਜ 'ਤੇ ਖੜੇ ਹੋ ਕੇ ਤਾੜੀਆਂ ਵਜਾਉਣਾ ਬੜਾ ਅੱਛਾ ਲੱਗਦਾ ਹੈ, ਪੁਰਸਕਾਰ ਮਿਲ ਜਾਂਦਾ ਹੈ, ਬੜਾ ਖੁਸ਼ ਹੁੰਦਾ ਹੈ ਇਨਸਾਨ। ਲੋਕ ਹਾਰ ਪਾਉਂਦੇ ਹਨ, ਸਾਨੂੰ ਗ੍ਰੇਟ ਕਹਿੰਦੇ ਹਨ, ਬਹੁਤ ਖੁਸ਼ੀ ਹੁੰਦੀ ਹੈ। ਹੰਕਾਰ ਸੈਟਿਸਫਾਈ ਹੁੰਦਾ ਹੈ। ਜਿਸ ਚੀਜ਼ ਦੀ ਮੈਨੂੰ ਉਡੀਕ ਸੀ ਕਿ ਮੈਂ ਬਹੁਤ ਗ੍ਰੇਟ ਹਾਂ, ਉਹ ਇੱਕ ਤਰ੍ਹਾਂ ਨਾਲ ਪੂਰਾ ਹੋ ਜਾਂਦਾ ਹੈ। ਇੱਕ ਭੁੱਖ ਪੂਰੀ ਹੁੰਦੀ ਹੈ ਮਨ ਦੀ। ਇਹਦੇ ਵਾਸਤੇ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਮੈਂ ਜਿਹੜਾ ਹੈ, ਇਹ ਹਉਮੈ ਜਿਹੜੀ ਹੈ, ਸਦਾ ਲਈ ਨਹੀਂ ਹੈ। ਇਹ ਕੇਵਲ ਜੀਵਨ ਦੇ ਉਪਜਣ ਵਾਸਤੇ ਹੈ। ਇਸ ਜੀਵਨ ਵਿੱਚ ਵਿਚਰਨ ਵਾਸਤੇ ਇਹ ਹਉਮੈ ਇੱਕ ਹੁਕਮ ਹੈ। ਬਾਣੀ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਇਹ ਸਮਝਾਇਆ ਹੈ, ਔਰ ਨਾਲ ਇਹ ਦੱਸਿਆ ਹੈ ਕਿ ਇਹ ਰੋਗ ਹੈ। ਤਾਂ ਨਿਰੰਕਾਰ ਹਉਮੈ ਵਿੱਚ ਨਹੀਂ ਆਉਂਦਾ। ਉਹ ਸਾਹਮਣੇ ਖਲੋ ਕੇ ਸਾਨੂੰ ਨਹੀਂ ਕਹਿੰਦਾ ਮੈਂ ਹਾਂ। ਜਿਹੜਾ ਸਾਰੀ ਸ੍ਰਿਸ਼ਟੀ ਦਾ ਆਧਾਰ ਹੈ, ਅਗਰ ਉਸ ਨੂੰ ਕਹਿਣਾ ਪਏ ਕਿ ਮੈਂ ਹਾਂ, ਇਹ ਗੇਮ ਤਾਂ ਜਿਨ੍ਹਾਂ ਨੇ ਦੁੱਖ ਨੂੰ ਭੋਗਣਾ ਹੈ ਉਹਨਾਂ ਵਾਸਤੇ ਹੈ। ਇਸ ਕਰਕੇ ਜਿਤਨਾ ਪ੍ਰਬਲ, ਜਿਤਨੀ ਹੰਗਰ ਹਉਮੈ ਦੀ ਮੇਰੇ ਵਿੱਚ ਹੈ, ਉਤਨਾ ਜ਼ਿਆਦਾ ਮੈਂ ਦੁਖੀ ਹਾਂ। ਜਿਤਨਾ ਸਰਲ ਔਰ ਫਲੈਕਸੀਬਲ ਲਾਈਫ ਵਿੱਚ ਮੈਂ ਹਾਂ, ਜਿਤਨਾ ਅੰਦਰੋਂ ਖਾਲੀ ਹਾਂ, ਉਤਨਾ ਮੈਂ ਹਲਕਾ ਹਾਂ। ਕਿਤਨੀ ਨਿਰਾਲੀ ਜੀ ਗੱਲ ਹੈ। ਬਾਈਬਲ ਵਿੱਚ ਇੱਕ ਬੜੀ ਵੱਡੀ ਲਾਈਨ ਹੈ। ਉਹ ਕਹਿੰਦਾ ਹੈ ਕਿ ਜਿਹੜੇ ਲਾਈਨ ਦੇ ਅਖੀਰ ਵਿੱਚ ਨੇ ਉਹ ਅੱਗੇ ਹੁੰਦੇ ਹਨ, ਔਰ ਜਿਹੜੇ ਸਾਹਮਣੇ ਨੇ ਉਹ ਲਾਸਟ ਹੋਣਗੇ। ਇੱਥੋਂ ਹੀ ਸਮਝ ਆਉਂਦੀ ਹੈ ਜੀਵਨ ਵਿੱਚ ਜਿਨ੍ਹਾਂ ਨੂੰ ਅਸੀਂ ਵੱਡਾ ਗਿਣਦੇ ਹਾਂ, ਉਹਨਾਂ ਦਾ ਹੰਕਾਰ ਉਤਨਾ ਵੱਡਾ ਹੈ। ਤਾਂ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਨੂੰ ਨੰਗਾ ਦੋਜਕ ਚਾਲਿਆ ਤਾਂ ਦਿਸੇ ਖੜਾ ਡਰਾਵਨਾ। ਉਤਨਾ ਹੀ ਮੁਸ਼ਕਿਲ ਹੋ ਜਾਏਗਾ ਇਸ ਜੀਵਨ ਨੂੰ ਛੱਡਣਾ। ਅੱਜ ਅਮਰੀਕਾ ਔਰ ਅਫਗਾਨਿਸਤਾਨ ਦੇ ਵਿਊ ਪੁਆਇੰਟ ਆਫ ਲਾਈਫ ਵਿੱਚ ਕੀ ਫਰਕ ਲੱਗਦਾ ਹੈ? ਅਮਰੀਕਨ ਜਵਾਨ ਆਉਂਦਾ ਹੈ ਉੱਥੋਂ, ਕਰੋੜਾਂ ਰੁਪਏ ਉਸ 'ਤੇ ਲੱਗੇ ਹੁੰਦੇ ਹਨ ਉਹਦੇ ਸਰੀਰ ਨੂੰ ਬਚਾਉਣ ਵਾਸਤੇ, ਔਰ ਅਫਗਾਨੀ ਸੋਲਜਰ ਜਾਂ ਲੜਨ ਵਾਸਤੇ ਜਿਹੜਾ ਮੁਜਾਹਿਦੀਨ ਜਾਂ ਜੋ ਵੀ ਕਹਿ ਲਈਏ, ਉਹ ਤਾਂ ਮੌਤ ਨੂੰ ਇੱਕ ਗੇਮ ਸਮਝਦਾ ਹੈ, ਕਿਉਂਕਿ ਉਹਦੇ ਕੋਲ ਕੁਝ ਹੈ ਹੀ ਨਹੀਂ ਜੀਵਨ ਵਿੱਚ। ਉਹ ਇਸ ਕਰਕੇ ਇਸ ਨੂੰ ਤਿਆਗਣਾ ਕੋਈ ਬੜੀ ਮੁਸ਼ਕਿਲ ਦੀ ਗੇਮ ਨਹੀਂ ਸਮਝਦਾ, ਕਿਉਂਕਿ ਜੀਵਨ ਵਿੱਚ ਕੁਝ ਫਿਜ਼ੀਕਲ ਲੈਵਲ 'ਤੇ ਕੁਝ ਬਹੁਤੀ ਓਨਰਸ਼ਿਪ ਹੈ ਹੀ ਨਹੀਂ। ਤਾਂ ਜੀਵਨ ਦਾ ਮੁੱਲ ਦਾ ਫਰਕ ਹੈ। ਜਿਹਦੀ ਈਗੋ ਛੋਟੀ ਹੈ ਉਹਦੇ ਲਈ ਛੱਡਣਾ ਆਸਾਨ ਹੈ, ਜਿਹਦੀ ਈਗੋ ਔਰ ਸਟਰਕਚਰ ਵੱਡਾ ਹੈ ਉਹਦੇ ਲਈ ਉਹਨੂੰ ਛੱਡਣਾ ਉਤਨੀ ਜ਼ਿਆਦਾ ਵੱਡੀ ਸਟਰਗਲ ਹੈ। ਸੁਨ ਇੱਕ ਸ਼ਬਦ ਹੈ
ਜਿਹੜਾ ਸਾਹਿਬ ਨੇ ਇਸ ਬਾਣੀ ਵਿੱਚ ਵਰਤਿਆ ਹੈ। ਸਮਾਧੀ ਦੇ ਨੇੜੇ ਲੱਗਦਾ ਹੈ। ਸੁਨ ਸਮਾਧ ਇੱਕ ਸ਼ਬਦ ਵਰਤਿਆ ਹੋਇਆ ਹੈ, ਜਿੱਥੇ ਦੁਨੀਆ ਤੋਂ ਟੁੱਟ ਗਿਆ, ਅੰਤਰ ਵਿੱਚ ਹੀ ਸਮਾ ਗਿਆ, ਆਪਣੇ ਗਹਿਨ ਪ੍ਰੇਮ ਦੇ ਵਿੱਚ ਉਤਰ ਗਿਆ, ਬਾਣੀ ਦੇ ਵਿੱਚ ਉਤਰ ਗਿਆ, ਸ਼ਬਦ ਦੇ ਵਿੱਚ ਉਤਰ ਗਿਆ। ਪਿਛਲੇ ਪਦੇ ਤੋਂ ਰੈਫਰੈਂਸ ਲੈਂਦੇ ਹੋਏ, ਕਿਉਂ ਲੈਂਦੇ ਹੋਏ ਸਾਹਿਬ ਅੱਜ ਅੱਗੇ ਚੱਲਦੇ ਹਨ। ਹੁਣ ਇਹ ਸਪਿਰਿਚੁਅਲਿਟੀ ਔਰ ਫਿਜ਼ੀਕਲ ਲੈਵਲ ਦਾ ਕੀ ਰਿਲੇਸ਼ਨਸ਼ਿਪ ਹੈ, ਕੁਝ ਇਹ ਸਮਝਾ ਰਹੇ ਹਨ। ਇਹ ਜਿਹੜਾ ਸਰੀਰ ਹੈ, ਇਹਦਾ ਕੀ ਰਿਲੇਸ਼ਨਸ਼ਿਪ ਹੈ ਸਪਿਰਿਚੁਅਲਿਟੀ ਨਾਲ। 9 ਇੱਕ ਸ਼ਬਦ ਹੈ, ਮੈਜਿਕ ਵਰਡ ਗਿਣਿਆ ਜਾਂਦਾ ਹੈ। 9 ਮੈਜਿਕ ਨੰਬਰ। ਸਰੀਰ ਦੇ ਵਿੱਚ 9 ਦੁਆਰੇ ਹਨ, ਡੋਰਸ ਹਨ, ਜਿਹੜੇ ਫਿਜ਼ੀਕਲ ਹਨ, ਜਿਹੜੇ ਸਾਨੂੰ ਫਿਜ਼ੀਕਲ ਲੈਵਲ ਤੇ ਨਾਲ ਕਨੈਕਟ ਕਰਦੇ ਹਨ। ਅੱਖਾਂ, ਕੰਨ, ਸਾਡਾ ਜ਼ਬਾਨ, ਮੂੰਹ, ਸਾਡੀ ਏਨਲ ਕੈਵਿਟੀ, ਸਾਡਾ ਸੈਕਸ ਆਰਗਨ, ਇਹ 9 ਬਣਦੇ ਹਨ। ਨਾਲੇ ਨੱਕ ਵੀ ਹੈ। ਇਹ 9 ਦੁਆਰੇ ਹਨ, 9 ਡੋਰਸ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕ੍ਰੀਏਸ਼ਨ ਨੇ ਇਹ 9 ਦਰਵਾਜ਼ੇ ਬਣਾਏ ਹਨ ਦੁਨੀਆ ਦੇ ਨਾਲ ਜੋੜਨ ਵਾਸਤੇ। ਔਰ ਬਾਣੀ ਦੇ ਵਿੱਚ ਇੱਕ 10ਵੇਂ ਦੁਆਰ ਦੀ ਗੱਲ ਵੀ ਹੋਈ ਹੈ। ਇਹਨੂੰ ਸਮਝਣਾ ਜ਼ਰੂਰੀ ਹੈ। ਅਸੀਂ ਇਹਨੂੰ ਸਮਝ ਕੇ ਕੀ ਕਰਾਂਗੇ ਕਿ ਅਸੀਂ 10ਵੇਂ ਦੁਆਰ ਨੂੰ ਲੱਭਣ ਨਿਕਲ ਜਾਵਾਂਗੇ, ਕਿ 10ਵੇਂ ਦੁਆਰ ਦਾ ਸਪਿਰਿਚੁਅਲਿਟੀ ਨਾਲ ਕੀ ਰਿਲੇਸ਼ਨਸ਼ਿਪ ਹੈ, ਉਹ ਸਮਝ ਲਈਏ। ਫਿਰ ਅਸੀਂ ਵਿਚਾਰਾਂਗੇ ਕਿ ਇਸ 10ਵੇਂ ਦੁਆਰ ਤੱਕ ਜਾਣ ਵਾਸਤੇ ਬਾਣੀ ਸਾਨੂੰ ਕੀ ਆਦੇਸ਼ ਦਿੰਦੀ ਹੈ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਪਤ ਰੱਖਿਆ। 10ਵੇਂ ਦੁਆਰ ਦਾ ਰੈਫਰੈਂਸ ਬਾਣੀ ਵਿੱਚ ਹੋਰ ਤਰ੍ਹਾਂ ਵੀ ਆਇਆ ਹੈ। ਆਸਮਾਨ, ਗਗਨ, ਇਹ ਸਾਰੀ ਫਰੀडम ਦੀ ਨਿਸ਼ਾਨੀਆਂ ਹਨ। ਆਸਮਾਨ ਅਸੀਮ ਹੈ, ਗਗਨ ਵੀ ਆਸਮਾਨ ਦੀ ਤਰ੍ਹਾਂ ਅਸੀਮ ਹੈ। 10ਵੇਂ ਦੁਆਰ ਦੀ ਹੀ ਗੱਲ ਚੱਲ ਰਹੀ ਹੈ। ਇੱਕ ਤਰ੍ਹਾਂ ਦਾ ਐਨਰਜੀ ਮੀਟਿੰਗ ਪੁਆਇੰਟ ਸਮਝੀਏ ਸਪਿਰਿਟ ਦਾ। ਮਹਾਰਾਜ ਨੇ ਬਾਣੀ ਵਿੱਚ ਕਿਹਾ ਹੈ, 10ਮ द्वार कुंजी जब दीजे तब दयाल को दर्शन कीजे। ਜਿਹੜੇ ਰੱਬ ਦੇ ਦਰਸ਼ਨ ਨੇ ਇਹ 10ਵੇਂ ਦੁਆਰ ਤੇ ਹੋਣੇ ਹਨ। ਇਹਨਾਂ ਅੱਖਾਂ ਨਾਲ ਨਹੀਂ ਹੋਣੇ ਤਾਂ ਆਈਡਲ ਵਰਸ਼ਿਪ ਨੂੰ ਨਿਖੇਧੀ ਹੈ ਸਿੱਖੀ ਵਿੱਚ। ਫਿਜ਼ੀਕਲ ਲੈਵਲ ਤੇ ਅਸੀਂ ਨਿਰੰਕਾਰ ਨੂੰ ਨਹੀਂ ਦੇਖ ਸਕਦੇ। ਬਾਣੀ ਵਿੱਚ ਕਿਹਾ ਵੀ ਹੈ, ਸ਼ਾਮ ਮੂਰਤ ਨਾ ਹੈ, ਮੂਰਤੀ ਨਹੀਂ ਹੈ, ਉਹ ਤਾਂ ਹਰ ਜਗ੍ਹਾ ਹਾਜ਼ਰ ਹੈ ਔਰ ਉਹਦਾ ਦੁਆਰ ਮੇਰੇ ਮਨ ਤੋਂ ਖੁੱਲਦਾ ਹੈ। ਲੋੜ ਕੀ ਹੈ ਫਿਰ? 10ਮ द्वार कुंजी जब दीजे तब दयाल को दर्शन कीजे। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਇਹ ਗੱਲਾਂ ਸਾਨੂੰ ਗੁਰੂ ਅਮਰਦਾਸ ਨੇ ਵੀ ਕੀਤੀਆਂ ਨੇ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਵਨ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 10ਮ द्वार ਦੀ ਗੱਲ ਗੁਪਤ ਹੈ, ਛਿਪੀ ਹੈ। ਫਿਰ ਅਸੀਂ ਢੂੰਡੀਏ। ਮੈਨੂੰ ਨਹੀਂ ਲੱਗਦਾ ਅਸੀਂ ਢੂੰਡਦੇ ਇਹਨੂੰ ਪਾ ਸਕਾਂਗੇ। ਇਹ ਤੇ ਇਹੋ ਜਿਹਾ ਗਿਫਟ ਹੈ ਜਿਹਦੀ ਚਾਬੀ ਸਾਡੇ ਕੋਲ ਨਹੀਂ ਹੈ। 10ਮ द्वार कुंजी जब दीजे तब दयाल को दर्शन कीजे। ਕੁੰਜੀ ਇਹਦੀ ਮੇਰੇ ਕੋਲ ਹੈ ਹੀ ਨਹੀਂ ਤਾਂ ਮੈਂ ਇਹਨੂੰ ਨਹੀਂ ਖੋਲ ਸਕਦਾ। ਫਿਰ ਕੀ ਹੈ
ਚਾਬੀ। ਮਹਾਰਾਜ ਨੇ ਸਾਨੂੰ ਸ਼ਬਦ ਦੀ ਗੱਲ ਨਿਰੰਤਰ ਬਾਣੀ ਵਿੱਚ ਕੀਤੀ ਹੈ। ਇੱਕ ਜਗ੍ਹਾ ਬਾਣੀ ਵਿੱਚ ਇਹ ਵੀ ਕਿਹਾ ਹੈ, ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਤ ਬਾਜੇ। ਮੈਂ ਆਪਣੀ ਸ਼ਕਤੀ ਨੂੰ ਬਾਹਰ ਜਾਣ ਤੋਂ ਮੂੰਦ ਲਿਆ, ਬੰਦ ਕਰ ਦਿੱਤਾ, ਅੰਤਰਮੁਖੀ ਲੈ ਗਿਆ ਤਾਂ ਅਨਹਦ ਬਾਜੇ ਮੇਰੇ ਮਨ ਵਿੱਚ ਵੱਜਣ ਲੱਗ ਪਏ। ਸ਼ਕਤੀ ਉਹੀ ਹੈ, ਬਾਹਰਮੁਖੀ ਜਾਂ ਅੰਤਰਮੁਖੀ। ਮੈਂ ਮੂੰਦ ਦਿੱਤੀ, ਮੈਂ ਦਰਵਾਜ਼ੇ ਬੰਦ ਕਰ ਦਿੱਤੇ, ਫੋਰਸਫੁਲੀ ਨਹੀਂ, ਮਨ ਕਰਕੇ। ਮੂੰਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ, ਤਾਂ ਮਨ ਵਿੱਚ ਅਨਹਦ ਬਾਜੇ ਵੱਜਣ ਲੱਗ ਪਏ ਹਨ। ਆਨੰਦ ਦਾ ਵਾਜੇ ਵੱਜਣ ਲੱਗ ਪਏ, ਇੱਕ ਸੈਲੀਬ੍ਰੇਸ਼ਨ ਵੱਜਣ ਲੱਗ ਪਈ। ਸ਼ਾਇਦ ਹੀ ਅਸੀਂ ਉਸ ਅਵਸਥਾ ਨੂੰ ਬੋਲ ਪਾਵਾਂਗੇ, ਦੱਸ ਪਾਵਾਂਗੇ। ਮੈਨੂੰ ਐਕਸਪੀਰੀਅੰਸ ਨਹੀਂ ਹੈ, ਪਰ ਬਾਣੀ ਇਹ ਕਹਿ ਰਹੀ ਹੈ। ਸ਼ਬਦ ਦੇ ਜ਼ਰੀਏ ਉਸ ਦਰਵਾਜ਼ੇ ਨੂੰ ਖੋਲ੍ਹਿਆ ਜਾ ਸਕਦਾ ਹੈ। ਸਾਨੂੰ ਧਿਆਨ ਸ਼ਬਦ ਦਾ ਕਰਨਾ ਪਏਗਾ। ਕੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਜਿਨ੍ਹਾਂ ਨੂੰ ਨਦਰ ਹੈ ਉਹ ਇਹ ਕੰਮ ਕਰਦੇ ਹਨ। ਨਦਰ ਦੀ ਲੋੜ ਹੈ ਇਸ ਵਾਸਤੇ, ਇਸ ਦੇਸ਼ ਵਿੱਚ ਵਿਚਰਨ ਵਾਸਤੇ ਨਦਰ ਦੀ ਲੋੜ ਹੈ। ਇਸ ਦੁਨੀਆ ਵਿੱਚ ਵਿਚਰਨ ਵਾਸਤੇ ਨਦਰ ਦੀ ਲੋੜ ਹੈ। ਉਹ ਨਦਰ ਚਾਬੀ ਹੈ, ਇਸ ਦੁਆਰ ਨੂੰ ਖੋਲ੍ਹਣ ਦੀ ਚਾਬੀ ਹੈ। ਕੱਲ੍ਹ ਦੇ ਪਦੇ ਵਿੱਚ ਉੱਠਿਆ ਪ੍ਰਸ਼ਨ, ਇਸ ਪਦੇ ਵਿੱਚ ਗੁਰੂ ਸਾਹਿਬ ਉਹਦਾ ਜਵਾਬ ਦੇ ਰਹੇ ਹਨ। 9 ਸਰ ਸੁਬਰ 10ਵੇਂ ਪੂਰੇ। ਜਦੋਂ 9 ਦਰਵਾਜ਼ੇ ਸੁਬਰ ਅੱਛੀ ਤਰ੍ਹਾਂ ਭਰ ਜਾਣ, ਯਾਨੀ ਬੰਦ ਹੋ ਜਾਣ, ਯਾਨੀ ਤ੍ਰਿਪਤ ਹੋ ਜਾਣ, ਨਾਮ ਨਾਲ ਰਚੇ ਜਾਣ, ਤਾਂ 10ਵਾਂ ਪੂਰਾ ਹੋ ਜਾਂਦਾ ਹੈ। 10ਵੇਂ ਦੁਆਰ ਵਿੱਚ ਫਿਰ ਇਨਸਾਨ ਦੀ ਸੁਰਤ ਪੂਰੀ ਹੋ ਜਾਂਦੀ ਹੈ। ਨਾਮ ਦੇ ਵਿੱਚ ਉਤਰਨਾ, ਨਾਮ ਦੇ ਰਸ ਵਿੱਚ ਇੱਕ ਹੋ ਜਾਣਾ, ਨਾਮ ਦੇ ਪ੍ਰੇਮ ਵਿੱਚ ਰੰਗਿਆ ਜਾਣਾ। ਉਸ 10ਵੇਂ ਦੁਆਰ ਵੱਲ ਇੱਕ ਜਰਨੀ ਹੈ। ਉਸ 10ਵੇਂ ਦੁਆਰ ਦੇ ਦਰਵਾਜ਼ੇ ਖੋਲ੍ਹਣ ਦੀ ਇੱਕ ਵਿਧੀ ਹੈ। ਪ੍ਰਸ਼ਨ ਕੀ ਸੀ? ਪ੍ਰਸ਼ਨ ਐਸੀ, ਅਨਹਦ ਸੁਨ ਕਹਾਂ ਤੇ ਹੋਈ। ਤਾਂ ਮਹਾਰਾਜ ਉਹਦਾ ਜਵਾਬ ਦੇ ਰਹੇ ਹਨ, ਤਹਿ ਅਨਹਦ ਸੁਨ ਵਜਾਵੇ ਤੂਰੇ। ਇਹ ਅਨਹਦ ਸੁਨ ਜਿਹੜੀ ਹੈ, ਇਹ 10ਮ ਦੁਆਰ ਵਿੱਚ ਵੱਜਦੀ ਹੈ। 10ਮ ਦੁਆਰ ਦਾ ਰੈਫਰੈਂਸ ਸਿਰ ਦੇ ਉੱਪਰ ਟੌਪ ਪੁਆਇੰਟ 'ਤੇ ਕਿਹਾ ਹੋਇਆ ਹੈ, ਜਿੱਥੇ ਸ਼ਕਤੀ ਇਕਾਗਰ ਹੋ ਜਾਂਦੀ ਹੈ ਧਿਆਨ 'ਚ। ਇਸ ਤਰ੍ਹਾਂ ਲੱਗਦਾ ਹੈ। ਗਿਆਨੀ ਪੁਰਸ਼ਾਂ ਨੇ ਇਸ ਨੂੰ ਸਿਰ ਦੇ ਉੱਪਰ ਦੱਸਿਆ ਹੈ। ਅਸੀਂ ਅਭਿਆਸ ਵਿੱਚ ਨਾਮ ਵਿੱਚ ਲੀਨ ਹੋਣਾ ਹੈ। ਉਹਦੀ ਕਿਰਪਾ ਨਾਲ ਇਹ ਦਰਵਾਜ਼ਾ ਖੁੱਲ੍ਹੇਗਾ। ਸ਼ਬਦ ਦਾ ਅਭਿਆਸ ਇਸ ਦਰਵਾਜ਼ੇ ਨੂੰ ਨੌਕ ਕਰਦਾ ਹੈ। ਅਹਰਣ ਮਤ ਵੇਦ ਹਥਿਆਰ। ਸਟੇਬਲ ਮਾਈਂਡ ਵਿੱਚ ਅਸੀਂ ਸ਼ਬਦ ਨੂੰ ਹਥਿਆਰ ਬਣਾ ਕੇ ਇਸ ਦਰਵਾਜ਼ੇ ਨੂੰ ਖੋਲ੍ਹਦੇ ਹਾਂ। ਕੜੀਏ ਸ਼ਬਦ ਸੱਚੀ ਟਕਸਾਲ, ਅਨਹਦ ਸੁਨ ਕਹਾਂ ਤੇ ਹੋਈ। ਤਹਿ ਅਨਹਦ ਸੁਨ ਵਜਾਵੇ ਤੂਰੇ। ਕਿੱਥੇ? 10ਮ ਦੁਆਰ। 9 ਸਰ ਸੁਬਰ 10ਵੇਂ ਪੂਰੇ। 10ਮ ਦੁਆਰ ਵਿੱਚ ਖੁੱਲ੍ਹਣ ਨਾਲ ਮੈਂ ਪੂਰਾ ਹੋ ਜਾਂਦਾ ਹਾਂ। ਪੂਰੇ ਤੋਂ ਕੀ ਭਾਵ ਹੈ? ਜੀਵਨ ਵਿੱਚ ਮੈਂ ਕੁਝ ਲੱਭ ਰਿਹਾ ਹਾਂ, ਮੈਂ ਕਿਸੇ ਚੀਜ਼ ਦੀ ਉਡੀਕ ਵਿੱਚ ਹਾਂ, ਕਿਉਂਕਿ ਮੈਂ ਕੰਪਲੀਟ ਫੀਲ ਨਹੀਂ ਕਰ ਰਿਹਾ।
ਇਹ ਜਿਹੜਾ ਅਧੂਰਾਪਨ ਹੈ ਮਨ ਦਾ, ਇਸ ਨੂੰ ਪੂਰਾ ਕਰਨ ਦੀ ਵਿਧੀ ਲੱਭਦਾ ਹਾਂ। ਕੁਝ ਪ੍ਰਸ਼ਨ ਹੈ ਮਨ ਦੇ ਜਿਨ੍ਹਾਂ 'ਚ ਜਵਾਬ ਨਹੀਂ ਮਿਲਦਾ। ਮੈਂ ਸੁੱਖ ਲੱਭਦਾ ਹਾਂ ਸਦਾ ਲਈ, ਉਹ ਮੈਨੂੰ ਪੂਰਾ ਕਰ ਦੇਗਾ। ਜਾਂ ਫਿਰ ਮੈਂ ਅਨਈਜ਼ੀ ਹਾਂ, ਜੀਵਨ ਦੇ ਵਿੱਚ ਭਟਕ ਭਟਕ ਕੇ ਦੁਖੀ ਹੋ ਗਿਆ ਹਾਂ, ਪਰੇਸ਼ਾਨ ਹੋ ਗਿਆ ਹਾਂ। ਠਹਿਰਾਓ ਨਹੀਂ ਮਿਲਦਾ, ਰਹਾਓ ਨਹੀਂ ਮਿਲਦਾ, ਵਿਸ਼ਰਾਮ ਨਹੀਂ ਮਿਲਦਾ। ਮਨ ਨੂੰ ਵੇਚਣ ਨੂੰ ਤਿਆਰ ਹਾਂ। ਇਸ ਮਨ ਨੂੰ ਸੰਭਾਲ ਨਹੀਂ ਪਾ ਰਿਹਾ। ਜਿਹੜੀ ਚੀਜ਼ ਸੰਭਾਲੀ ਨਹੀਂ ਜਾਂਦੀ ਉਹਨੂੰ ਅਰਪਣ ਕਰ ਦਈਏ ਤਾਂ ਸੰਭਲ ਜਾਂਦੀ ਹੈ। ਸਾਹਿਬ ਕਹਿੰਦੇ ਹਨ, ਤਹਿ ਅਨਹਦ ਸੁਨ ਵਜਾਵੇ ਤੂਰੇ। ਇਹ ਹੁਣ ਪੂਰਾ ਕਰ ਦਿੰਦੀ ਹੈ ਮੈਨੂੰ ਸ਼ਕਤੀ। ਅਨਹਦ ਸੁਨ, ਜਿੱਥੇ ਅਪਾਰ ਆਨੰਦ ਹੈ, ਸਦਾ ਲਈ ਹੈ, ਜਿਹਦੀ ਕੋਈ ਹੱਦ ਨਹੀਂ ਹੈ। ਜਿਵੇਂ ਕੋਈ ਸਾਜ਼ ਵੱਜਦਾ ਹੋਏ, ਤੂਰੇ ਤੋਂ ਭਾਵ ਹੈ ਸਾਜ਼। ਤਹਿ ਬਾਜੇ ਨਾਨਕ ਅਨਹਦ ਤੂਰੇ। ਸਾਜ਼ ਦਾ ਮਤਲਬ ਹਾਰਮਨੀ ਤੋਂ ਵੀ ਹੈ। ਜਦ ਮੈਂ ਫੋਕਸ ਹੋ ਕੇ ਇਕਾਗਰ ਹੋ ਜਾਂਦਾ ਹਾਂ ਤਾਂ ਹਾਰਮਨੀ ਮੇਰੇ 'ਚ ਫਲੋ ਕਰਦੀ ਹੈ। ਇਸ ਬਾਣੀ ਵਿੱਚ ਸਾਹਿਬ ਨੇ ਇਹ ਦਸਮ ਦੁਆਰ ਦੀ ਗੱਲ ਚਲਾਈ ਹੈ। 9 ਦੁਆਰਿਆਂ ਦੀ ਗੱਲ ਸਰੀਰ ਦੀ ਹੈ, ਜਿਹੜੇ ਸਰੀਰ ਨਾਲ ਮੁੱਕ ਜਾਣੇ ਹਨ। ਜੇ ਜੀਵਨ ਦੇ ਹੁੰਦੇ ਹੋਏ ਮੈਂ 10ਵਾਂ ਦੁਆਰ ਖੋਲ੍ਹ ਲਿਆ ਤਾਂ ਮੈਨੂੰ ਜੀਵਨ ਦੇ ਵਿੱਚੋਂ ਮੁਕਤੀ ਦਾ ਰਾਹ ਮਿਲ ਜਾਂਦਾ ਹੈ, ਠਹਿਰਾਓ ਦਾ। ਮੁਕਤ ਦਾ ਮਤਲਬ ਠਹਿਰਾਓ ਦਾ, ਜਿੱਥੇ ਵਿਸਰਾਮ ਹੈ। ਨਹੀਂ ਤਾਂ ਮੈਂ ਇਹਨਾਂ 9 ਦੁਆਰਿਆਂ ਨੂੰ ਹੀ ਭਟਕਦਾ ਹੋਇਆ ਦੁਬਾਰਾ ਫਿਰ ਸਰੀਰ ਵਿੱਚ ਆਉਣ ਦੀ ਮੈਨੂੰ ਆਉਣਾ ਪੈਂਦਾ ਹੈ। ਮੂਵਮੈਂਟ ਵਿੱਚ ਮੈਂ ਸਦਾ ਰਹਿੰਦਾ ਹਾਂ ਫਿਰ, ਕਿਉਂਕਿ ਮੇਰੇ ਕੋਲ ਠਹਿਰਾਓ ਦੀ ਕੋਈ ਜਗ੍ਹਾ ਨਹੀਂ ਹੈ। ਮਹਾਰਾਜ ਅੱਗੇ ਕਹਿੰਦੇ ਹਨ, ਸਾਚੇ ਰਾਚੇ ਦੇਖ ਹਜੂਰੇ। 10ਵੇਂ ਦੁਆਰ ਵਿੱਚ ਜਿਹੜਾ ਪਹੁੰਚ ਜਾਏ ਉਹ ਸੱਚ ਵਿੱਚ ਰਚ ਜਾਂਦਾ ਹੈ। ਉਹਨੂੰ ਫਿਰ ਹਜੂਰ ਦਿਖਦੇ ਹਨ, ਹਾਜ਼ਰ। ਹਾਜ਼ਰ ਯਾਨੀ ਪ੍ਰਗਟ, ਸਾਹਮਣੇ। ਟੁਕਦਮ ਕਰਾਰੀ ਜੋ ਕਰੇ, ਹਾਜ਼ਰ ਹਜ਼ੂਰ ਖੁਦਾਏ। ਹਜੂਰ ਨੂੰ ਹਾਜ਼ਰ ਜਾਣਦਾ ਹੈ। ਜਦੋਂ ਕਨੈਕਟਡ ਹੈ ਤਾਂ ਹਾਜ਼ਰ ਔਰ ਹਜ਼ੂਰੀ 'ਚ ਹੈ। ਜੇ ਡਿਸਕਨੈਕਟਡ ਹੈ ਤਾਂ ਮਹਾਰਾਜ ਕਹਿੰਦੇ ਨੇ ਕਿ ਜੀਵਨ ਹੈ ਹੀ ਨਹੀਂ। ਅਸੀਂ ਲੋਕ ਇਸ ਅਵਸਥਾ ਨੂੰ ਇਸ ਕਰਕੇ ਨਹੀਂ ਜਾਣਦੇ ਕਿਉਂਕਿ ਜੀਵਨ ਵਿੱਚ ਡਿਸਟਰੈਕਸ਼ਨ ਹੈ। ਸਾਰੀ ਸ਼ਕਤੀਆਂ ਖਿੰਡੀਆਂ ਹੋਈਆਂ ਹਨ ਔਰ ਡਿਸਟਰੈਕਸ਼ਨ ਕਰਕੇ ਅਸੀਂ ਫੋਕਸ ਨਹੀਂ ਕਰ ਪਾਉਂਦੇ ਕਿ ਸਾਡੀ ਅਸਲੀਅਤ ਵੀ ਕੀ ਹੈ, ਸਾਡੀ ਅੱਜ ਦੀ ਕੀ ਅਵਸਥਾ ਹੈ। ਉਹ ਵੀ ਸਾਡੇ ਤੋਂ ਕਨਫਿਊਜ਼ਨ ਵਿੱਚ ਹੈ। ਮੈਨੂੰ ਕੀ ਮਹਿਸੂਸ ਹੋ ਰਿਹਾ ਉਹ ਵੀ ਮੇਰੇ ਕੋਲ ਨਹੀਂ ਹੈ। ਪਰ ਜਦੋਂ ਇਕਾਗਰ ਹੈ, ਧਿਆਨ 'ਚ ਹੈ, ਸ਼ਬਦ ਦੇ ਧਿਆਨ 'ਚ ਹੈ, ਮੂੰਦ ਲਈਏ ਦਰਵਾਜ਼ੇ, ਬਾਜੇ ਲੈ ਅਨਹਦ ਬਾਜੇ। ਵਾਹਿਗੁਰੂ ਜੀ ਨਜ਼ਰ ਕਰਨ। ਕਦੇ ਜੀਵਨ ਵਿੱਚ ਅਸੀਂ ਇਹ ਕਮਾ ਸਕੀਏ। ਹਜ਼ੂਰ ਜੀਵਨ ਦੀ ਇੱਕ ਬੜੀ ਉੱਚੀ ਅਵਸਥਾ ਦੱਸ ਰਹੇ ਹਨ, ਜਿਸ ਨੂੰ ਅਸੀਂ ਸੰਤ ਪੁਰਸ਼ ਕਹਿੰਦੇ ਹਾਂ, ਮਹਾਂਪੁਰਸ਼ ਕਹਿੰਦੇ ਹਾਂ, ਹੋਰ ਅਨੇਕਾਂ ਹੀ ਸ਼ਬਦ ਵਰਤਦੇ ਹਾਂ। ਉਹਨੇ ਇਹ ਦਰਵਾਜ਼ਾ ਖੋਲ੍ਹਿਆ ਜਾਂ ਇਸ ਤਰ੍ਹਾਂ ਕਹੀਏ ਕਿ ਨਜ਼ਰ ਨਾਲ ਇਹ ਦਰਵਾਜ਼ਾ ਖੁੱਲ੍ਹ ਗਿਆ ਹੈ ਔਰ ਅਸੀਂ ਸਾਰੇ ਇਸ ਦਰਵਾਜ਼ੇ ਦੀ ਉਡੀਕ ਵਿੱਚ ਹੀ ਹਾਂ। Knock and it shall be opened unto you। ਇਹ ਗੱਲ ਸਮਝਣੀ ਸ਼ਾਇਦ ਸੌਖੀ ਨਾ ਹੋਏ। ਮੇਰੇ ਅੰਦਰ ਵਿੱਚ ਇੱਕ ਅਵਸਥਾ ਹੈ, ਮੇਰੇ ਮਨ ਵਿੱਚ ਇੱਕ ਅਵਸਥਾ ਹੈ
ਜਿਹੜੀ ਮੈਨੂੰ ਕੰਪਲੀਟ ਕਰ ਦਿੰਦੀ ਹੈ, ਜਿਹੜੇ ਮੇਰੇ ਅਧੂਰੇਪਨ ਨੂੰ ਖਤਮ ਕਰ ਦਿੰਦੀ ਹੈ, ਜਿਹੜੇ ਮੇਰੇ ਭਰਮਣ ਨੂੰ ਖਤਮ ਕਰ ਦਿੰਦੀ ਹੈ, ਜਿਹੜੇ ਮੇਰੇ ਦੁੱਖਾਂ ਨੂੰ ਨਾਸ ਕਰ ਦਿੰਦੀ ਹੈ, ਜਿਹੜੇ ਨਿਰੰਕਾਰ ਨੂੰ ਹਾਜ਼ਰ ਨਾਜ਼ਰ ਜਾਣਨ ਦੀ ਵਿਧੀ ਦੱਸ ਦਿੰਦੀ ਹੈ। ਸੰਕਲਪ ਮੇਰਾ ਹੈ। ਮਹਾਰਾਜ ਕਹਿ ਰਹੇ ਹਨ, ਘਟ ਘਟ ਸਾਚ ਰਚੇ ਰਿਹਾ ਭਰਪੂਰੇ। ਸਭ ਕੁਝ ਘਟ ਰਿਹਾ ਹੈ ਦੁਨੀਆ ਵਿੱਚ। ਜਿਸ ਦੁਨੀਆ ਨੂੰ ਅਸੀਂ ਜਾਣਦੇ ਹਾਂ ਉਹ ਸਦਾ ਹੀ ਚੇਂਜ ਵਿੱਚ ਹੈ, ਉਹ ਘਟ ਰਹੀ ਹੈ, ਮੂਵਮੈਂਟ ਵਿੱਚ ਹੈ। ਘਟ ਘਟ ਸਾਚ ਰਹੇ ਭਰਪੂਰੇ। ਸੱਚ ਹਰ ਕਣਕੇ ਕਣਕੇ ਵਿੱਚ ਸਮਾਇਆ ਹੋਇਆ ਹੈ। ਕੋਈ ਵੀ ਥਾਂ ਨਹੀਂ ਹੈ ਜਿੱਥੇ ਉਹ ਸੱਚ ਦੀ ਹਜ਼ੂਰੀ ਨਹੀਂ ਹੈ। ਕੋਈ ਵੀ ਐਸੀ ਅਵਸਥਾ ਨਹੀਂ ਹੈ, ਕੋਈ ਵੀ ਸਥਾਨ ਨਹੀਂ ਹੈ, ਕੋਈ ਵੀ ਸਟੇਟ ਆਫ ਮਾਈਂਡ ਨਹੀਂ ਹੈ ਜਿੱਥੇ ਉਹਦੀ ਹਜ਼ੂਰੀ ਨਹੀਂ ਹੈ। ਮੈਂ ਜ਼ਰੂਰ ਡਿਸਕਨੈਕਟ ਹਾਂ ਉਹਦੇ ਤੋਂ। ਉਹ ਮੇਰੀ ਸਟੇਟ ਆਫ ਮਾਈਂਡ ਹੈ। ਜਿਵੇਂ ਇੱਕ ਚੀਜ਼ ਨੂੰ ਮੈਂ ਆਪਣੇ ਸਾਹਮਣੇ ਜਾਣਦਾ ਹਾਂ ਔਰ ਜਾਣਦੇ ਹੋਏ ਵੀ ਉਹਦੇ ਨਾਲ ਉਹਨੂੰ ਮੈਂ ਇਗਨੋਰ ਕਰਦਾ ਹਾਂ, ਉਹਦੇ ਨਾਲ ਕਨੈਕਟ ਨਹੀਂ ਹੁੰਦਾ ਹਾਂ। ਜਾਂ ਇਸ ਤਰ੍ਹਾਂ ਸਮਝੀਏ ਕਿ ਉਹਦੇ ਨਾਲ ਕਨੈਕਟ ਹੋਣ ਦਾ ਮੈਥਡ ਨਹੀਂ ਆਉਂਦਾ ਹੈ। ਗੁਰੂ ਨਾਨਕ ਸਾਹਿਬ ਸਮਝਾ ਰਹੇ ਹਨ ਬਾਣੀ ਵਿੱਚ ਕਿ ਜੋ ਕੁਝ ਘਟ ਰਿਹਾ ਹੈ, ਸਾਡੇ ਆਲੇ ਦੁਆਲੇ ਸਭ ਕੁਝ ਘਟ ਰਿਹਾ ਹੈ, ਸਾਚ ਰਿਹਾ ਭਰਪੂਰੇ। ਉਹਦੇ ਵਿੱਚ ਭਰਪੂਰ ਹੈ, ਇਨਕੰਪਲੀਟ ਕਿਧਰੇ ਵੀ ਨਹੀਂ ਹੈ। ਐਸਾ ਨਹੀਂ ਹੁੰਦਾ ਸਪਿਰਿਚੁਅਲਿਟੀ ਵਿੱਚ ਕਿ ਕਿਸੇ ਇੱਕ ਨੇ ਜਾਣ ਲਿਆ ਤਾਂ ਦੂਸਰੇ ਨੇ ਅਧੂਰਾ ਜਾਣਿਆ, ਕੋਈ ਫਸਟ ਆਇਆ ਤਾਂ ਦੂਸਰਾ ਸੈਕਿੰਡ ਆ ਗਿਆ। ਸਾਰੇ ਭਰਪੂਰ ਪਹੁੰਚਦੇ ਹਨ, ਸਭ ਕੰਪਲੀਟ ਹੁੰਦੇ ਹਨ। ਇਸੇ ਕਰਕੇ ਭਗਤ ਰਵਿਦਾਸ ਨੇ ਕਿਹਾ ਹੈ ਕਿ ਮੇਰਾ ਪਰਿਵਾਰ ਤਾਂ ਉਹੀ ਹੈ ਜਿਹੜਾ ਜਾਣਦਾ ਹੈ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਉਹ ਕਾਹਦਾ ਮਿੱਤਰ ਹੋਇਆ ਜਿਹੜਾ ਮੌਤ ਨੇ ਮੈਨੂੰ ਵਿਛੋੜ ਦੇਣਾ ਹੈ। ਉਸ ਬੇਗਮਪੁਰਾ ਦੀ ਜਿਹੜਾ ਵਾਸੀ ਹੈ, ਸਿਰਫ ਉਹੀ ਮੇਰਾ ਮੀਤ ਹੈ। ਉਹ ਸਦਾ ਲਈ ਹੈ, ਪਰ ਉੱਥੇ ਹੰਕਾਰ ਨਹੀਂ ਹੈ, ਉੱਥੇ ਆਈਡੈਂਟਿਟੀ ਨਹੀਂ ਹੈ ਜਿਸ ਤਰ੍ਹਾਂ ਅਸੀਂ ਲੱਭਦੇ ਹਾਂ। ਆਈਡੈਂਟਿਟੀ ਔਰ ਫਾਰਮ ਸਾਡੀ ਥਾਟ ਪ੍ਰੋਸੈਸ ਦੀ ਅੰਡਰਸਟੈਂਡਿੰਗ ਵਿੱਚ ਹੈ। ਉੱਥੇ ਅਵਗਤ ਹੈ ਸਭ ਕੁਝ, ਅਨਡਿਫਾਈਨਡ। ਘਟ ਘਟ ਸਾਚ ਰਿਹਾ ਭਰਪੂਰੇ। ਬਾਣੀ ਦੀ ਗੱਲ ਗੁਰੂ ਸਾਹਿਬ ਨੇ ਇਸ ਪਦੇ ਵਿੱਚ ਛੇੜੀ ਹੈ। ਨਾਲ ਉਹਦੇ ਇੱਕ ਸ਼ਬਦ ਵਰਤਿਆ ਹੈ, ਗੁਪਤੀ ਬਾਣੀ। ਬਾਣੀ ਜੋ ਗੁਪਤ ਹੈ, ਜਿਹੜੀ ਕਿਧਰੇ ਛੁਪੀ ਹੋਈ ਹੈ, ਗੁਪਤੀ ਬਾਣੀ ਪ੍ਰਗਟ ਹੋਏ। ਇਸ ਤੋਂ ਕੀ ਭਾਵ ਹੋ ਸਕਦਾ ਹੈ? ਲੱਗਦਾ ਇਸ ਤਰ੍ਹਾਂ ਹੈ ਕਿ ਜਿਵੇਂ ਬਾਣੀ ਹਰ ਜਗ੍ਹਾ ਹਾਜ਼ਰ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਜਿਵੇਂ ਨਿਰੰਕਾਰ ਹਰ ਜਗ੍ਹਾ ਹਾਜ਼ਰ ਹੈ, ਇਵੇਂ ਬਾਣੀ ਵੀ ਹਰ ਜਗ੍ਹਾ ਹਾਜ਼ਰ ਹੈ, ਪਰ ਗੁਪਤ ਹੈ। ਗੁਪਤੀ ਬਾਣੀ ਪ੍ਰਗਟ ਹੋਏ। ਇੱਕ ਅਵਸਥਾ ਵਿੱਚ ਇਹ ਬਾਣੀ ਪ੍ਰਗਟ ਹੁੰਦੀ ਹੈ ਜਦੋਂ ਮੈਂ ਮਨ ਸ਼ਬਦ ਨਾਲ ਕਨੈਕਟ ਕਰਦਾ ਹਾਂ, 10ਵੇਂ ਦੁਆਰ ਨੂੰ ਖੋਲ ਦਿੰਦਾ ਹਾਂ, ਤਾਂ ਇਹ ਬਾਣੀ ਰਿਵੀਲ ਹੁੰਦੀ ਹੈ। ਹਜੂਰ ਕਹਿੰਦੇ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਹੁਣ ਉਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਦਾ ਲਈ ਕਨੈਕਟਡ ਹਨ। ਮਨ ਹੁਣ ਕਨੈਕਟ ਹੋ ਗਿਆ, ਜਿਵੇਂ ਕੋਈ ਹਾਈ ਵੋਲਟੇਜ ਪਲੱਗ ਕਨੈਕਟ ਹੋ ਜਾਂਦਾ ਕਿਸੇ ਨਾਲ, ਪਾਵਰ ਹਾਊਸ ਨਾਲ ਕਨੈਕਟ ਹੋ ਗਿਆ।
ਗੁਪਤੀ ਬਾਣੀ ਹਜੂਰ ਮਨ ਦੀ ਗੱਲ ਕਰ ਰਹੇ ਹਨ, ਸਰੀਰ ਦੀ ਗੱਲ ਕਰ ਰਹੇ ਹਨ ਔਰ ਮਨ ਦੇ ਔਰ ਸਰੀਰ ਦੇ ਕਨੈਕਸ਼ਨ ਦੀ ਗੱਲ ਸਮਝਾ ਰਹੇ ਹਨ ਕਿ ਜਦੋਂ ਸਰੀਰ ਮਨ ਵਿੱਚ ਵਸਦਾ ਹੈ ਤਾਂ ਇਹ 9 ਦੁਆਰੇ ਇਸ ਮਨ ਦੇ ਰਸਤੇ ਹਨ, ਐਕਸਪੀਰੀਅੰਸ ਦੇ 9 ਦੁਆਰੇ ਪ੍ਰਗਟ ਹੋਏ। ਸਾਹਿਬ ਦੀ ਇਸ ਗੱਲ ਤੋਂ ਇਹ ਸਮਝ ਆ ਰਹੀ ਹੈ ਸਾਨੂੰ ਕਿ ਅਸੀਂ ਜੀਵਨ ਜੀਂਦੇ ਹਾਂ 9 ਦੁਆਰਿਆਂ ਦੇ ਵਿੱਚ ਵਿਚਰਦੇ ਹਾਂ, ਪਰ 10ਵਾਂ ਔਰ ਉਹਦਾ ਐਕਸਪੀਰੀਅੰਸ ਸ਼ਬਦ ਦੇ ਗੁਰੂ ਦੇ ਆਧਾਰ ਤੇ ਹੀ ਹੋ ਸਕਦਾ ਹੈ। ਔਰ ਉਹੀ ਐਕਸਪੀਰੀਅੰਸ ਇਹੋ ਜਿਹਾ ਹੈ ਜਿਹੜਾ ਸਾਨੂੰ ਜੀਵਨ ਦਾ ਜੀ ਅਸਲੀਅਤ ਰਿਵੀਲ ਕਰੇਗਾ, ਜਿਸ ਨੂੰ ਸੁਣ ਮਹਾਰਾਜ ਨੇ ਕਿਹਾ ਹੈ, ਤਹਿ ਅਨਹਤ ਸੁਣ ਵਜਾਵੇ ਤੂਰੇ। ਜਿਵੇਂ ਕੋਈ ਮਿਊਜ਼ੀਕਲ ਇੰਸਟਰੂਮੈਂਟ ਬੋਲਦੇ ਹੋਣ ਜ਼ੋਰ ਦੀ, ਇਸ ਤਰ੍ਹਾਂ ਦੀ ਹਾਰਮਨੀ ਹੈ। ਗੁਪਤੀ ਬਾਣੀ ਪ੍ਰਗਟ ਹੋਏ ਤਾਂ ਬਾਣੀ ਫਿਰ ਸਾਡੇ ਨਾਲ ਇੱਕ ਕਨੈਕਸ਼ਨ ਫਾਰਮ ਕਰ ਲੈਂਦੀ ਹੈ, ਪ੍ਰਗਟ ਹੁੰਦੀ ਹੈ ਬਾਣੀ। ਫਿਰ ਸਾਨੂੰ ਬਾਣੀ ਦੀ ਉਚਾਰਨ ਕਰਨ ਦੀ ਲੋੜ ਨਹੀਂ ਪੈਂਦੀ ਹੈ, ਇਹ ਪ੍ਰਗਟ ਹੁੰਦੀ ਹੈ ਕਿਉਂਕਿ ਇਹ ਹਰ ਜਗ੍ਹਾ ਹਾਜ਼ਰ ਹੈ। ਨਾਨਕ ਪਰਖ ਲਏ ਸੱਚ ਸੋਈ। ਗੁਰੂ ਸਾਹਿਬ ਕਹਿ ਰਹੇ ਹਨ ਕਿ ਜਿਸ ਨੇ ਇਸ ਨੂੰ ਜਾਣਿਆ ਹੈ ਉਹਨੇ ਪਰਖ ਵੀ ਲਿਆ ਹੈ, ਜਿਸ ਨੇ ਇਹਨੂੰ ਪਰਖ ਲਿਆ ਉਹਨੇ ਇਹਨੂੰ ਜਾਣ ਲਿਆ ਕਿ ਸੱਚ ਇਹੀ ਹੈ। ਪਰਖਣ ਦਾ ਮਤਲਬ ਕੀ ਹੈ ਕਿ ਜੀਵਨ ਦੀ ਸ਼ਕਤੀ ਇਹਦੇ 'ਚ ਲਗਾਉਣੀ ਪਏਗੀ, ਜੀਵਨ ਦੀ ਕਮਿਟਮੈਂਟ ਦੇਣੀ ਪਏਗੀ ਇਸ ਡਾਇਰੈਕਸ਼ਨ ਵੱਲ। ਤੁਸੀਂ ਇੱਕ ਇਹੋ ਜਿਹੀ ਚੀਜ਼ ਇਮੈਜਿਨ ਕਰੋ ਕਿ ਕੋਈ ਜਨ ਬੈਠਦਾ ਹੈ ਮਰ ਅੰਤਰ ਧਿਆਨ ਹੋ ਕੇ ਸਰੀਰ ਤੋਂ ਕੱਟ ਆਫ ਹੋ ਜਾਂਦਾ ਹੈ, ਵਿਦੇ ਹੋ ਜਾਂਦਾ ਹੈ। ਇੱਕ ਇਹੋ ਜਿਹੀ ਗਹਿਨ ਅਵਸਥਾ ਦੀ ਗੱਲ ਹੁਣ ਚੱਲ ਰਹੀ ਹੈ, ਸੁਣ, ਜਿਹਦੇ 'ਚ ਸਰੀਰ ਵੀ ਨਹੀਂ ਰਹਿ ਜਾਂਦਾ। ਕਿਤਨੇ ਲੋਕ ਅਸੀਂ ਜਾਣਦੇ ਹਾਂ ਜਿਹੜੀ ਇਸ ਅਵਸਥਾ ਦੇ ਮਾਲਕ ਹੋਣਗੇ, ਔਰ ਅਗਰ ਹੋਣਗੇ ਵੀ ਤਾਂ ਉਹ ਕਦੇ ਸਾਨੂੰ ਦੱਸਣਗੇ ਨਹੀਂ। ਇਤਨੇ ਲੋਕ ਹਿਮਾਲਯ ਵਿੱਚ ਵਿਚਰਦੇ ਹਨ, ਇਸ ਅਵਸਥਾ ਦੀ ਭਾਲ ਵਿੱਚ ਵਿਚਰਦੇ ਹਨ। ਮਹਾਰਾਜ ਕਹਿ ਰਹੇ ਨੇ ਕਿ ਬਾਣੀ ਅਗਰ ਵਿਸਰ ਗਈ ਤਾਂ ਰੋਗੀ ਬਣ ਜਾਵਾਂਗੇ, ਮਨ ਵੀ ਰੋਗੀ ਹੋ ਜਾਏਗਾ। ਔਰ ਅਗਰ ਬਾਣੀ ਔਰ ਸ਼ਬਦ ਦੇ ਅਭਿਆਸ ਵਿੱਚ ਉਤਰ ਗਏ ਤਾਂ ਇਹ 9 ਦਰਵਾਜ਼ਿਆਂ ਤੋਂ ਉੱਪਰ ਚਲੇ ਜਾਵਾਂਗੇ, ਇਹਨਾਂ ਦੇ ਐਕਸਪੀਰੀਅੰਸ ਤੋਂ ਬਿਯੋਂਡ ਚਲੇ ਜਾਵਾਂਗੇ। ਤਹਿ ਅਨਹਤ ਸੁਣ ਵਜਾਵੇ ਤੂਰੇ। ਕਿਰਪਾ ਗੁਰੂ ਦੀ ਹੋਏ, ਸ਼ਬਦ ਦਾ ਅਭਿਆਸ ਹੋਏ, ਇਕਾਗਰਤਾ ਹੋਏ, ਧਿਆਨ ਹੋਏ, ਸਟੇਬਿਲਿਟੀ ਹੋਏ ਤਾਂ ਮਹਾਰਾਜ ਕਹਿੰਦੇ ਨੇ ਵਿਧੀ ਹੈ। ਇਸ ਅਵਸਥਾ ਨੂੰ ਕਮਾਉਣ ਦੀ ਵਿਧੀ ਹੈ, ਉਸ ਨਜ਼ਰ ਵੱਲ ਤੁਰਨ ਦੀ ਵਿਧੀ ਹੈ। ਹੋਣਾ ਤਾਂ ਉਹਦੀ ਨਜ਼ਰ ਨਾਲ ਹੈ, ਤਾਂ ਫਿਰ ਉਹ ਜਨ ਅਧੂਰਾ ਨਹੀਂ ਰਹਿ ਜਾਂਦਾ ਔਰ ਉਹਦਾ ਜੀਵਨ ਵੀ ਅਧੂਰਾ ਨਹੀਂ ਰਹਿ ਜਾਂਦਾ। ਫਿਰ ਅਸਲ ਵਿੱਚ ਜੀਵਨ ਦਾ ਐਕਸਪੀਰੀਅੰਸ ਉਸੇ ਕੋਲ ਹੈ, ਉਹ ਪੂਰਾ ਐਕਸਪੀਰੀਅੰਸ ਜੀਵਨ ਦਾ ਜੀ ਕੇ ਵੀ, ਇਹਦੇ ਦੁੱਖਾਂ ਸੁੱਖਾਂ ਨੂੰ ਭੋਗ ਕੇ ਵੀ ਇਸ ਤੋਂ ਨਿਰਾਸ਼ ਨਹੀਂ ਜਾਂਦਾ, ਕਿਉਂਕਿ ਅਲਟੀਮੇਟ ਜੋ ਸ਼ਿਖਰ ਹੈ ਜੀਵਨ ਦਾ ਉਹ ਉਹਦੇ ਹੱਥ ਵਿੱਚ ਹੈ, ਚਾਹੇ ਔਰਤ ਹੋਏ ਚਾਹੇ ਮਰਦ ਹੋਏ। ਨਾਨਕ ਪਰਖ ਲਏ ਸੱਚ ਸੋਈ। ਜਿਸ ਨੇ ਪਰਖ ਲਿਆ ਇਹ ਗੱਲ, ਉਹ ਸੱਚ ਨੂੰ ਜਾਣ ਗਿਆ। ਅੱਜ ਦੀ ਵਿਚਾਰ ਇਤਨੀ ਹੀ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਨੂੰ ਖਿਮਾ ਕਰ ਦੇਣਾ, ਸ਼ੁੱਧ ਕਰ ਸਕੋ ਤਾਂ ਜ਼ਰੂਰ ਕਰਨਾ। ਕੁਝ ਕਹਿਣਾ ਚਾਹੋ, ਦੱਸਣਾ ਚਾਹੋ, ਪੁੱਛਣਾ ਚਾਹੋ ਤਾਂ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।